ओके नैक्सट टॉपिक आप स्टार्ट करन लगे हैं इलैक्ट्रिक करंट। देखो इलैक्ट्रिक करंट की हुंदा है। फस्ट ऑफ ऑल डेफिनेशन करते इलैक्ट्रिक करंट की। इलैक्ट्रिक करंट फ्लो थ्रू द अपलायंस। आपां नूं पता जो भी आपां कोई अपलायंस नूं सॉकेट विच पाने आ प्लग विच पाउने आ, ठीक है। प्लग विच पाउण ते की है आपां नूं इलैक्ट्रिक करंट मिलदा उस सॉकेट दे विचों। एक्चुअली फिजिक्स दे विच इलैक्ट्रिक करंट हुंदा की है। इलैक्ट्रिक करंट मान लो अपने कोई भी कंडक्टर है, ठीक है। कोई भी जिहड़ी चीज़ है कंडक्टर है या कोई भी चीज़ एटम है वो सारिਆਂ ਵਿੱਚ ਕੀ ਹੈ ਐਟਮਸ ਨੂੰ ਜੋੜ ਕੇ ਬਣੀ ਹੁੰਦੀ ਹੈ। ਮਤਲਬ ਐਟਮ ਦੇ ਵਿੱਚ ਕੀ ਹੁੰਦੇ ਆ ਇਲੈਕਟ੍ਰੋਨਸ ਹੁੰਦੇ ਆ। ਹੁਣ ਇਹ ਕੰਡਕਟਰ ਵੀ ਕੀ ਹੈ ਐਟਮਸ ਨੂੰ ਜੋੜ ਕੇ ਬਣਿਆ ਹੋਇਆ। ਇਸ ਐਟਮਸ ਦੇ ਅੰਦਰ ਐਕਚੁਅਲੀ ਸਟਰਕਚਰ ਆਫ ਐਟਮ ਦੇ ਅੰਦਰ ਕੀ ਹੁੰਦੇ ਆ ਇਲੈਕਟ੍ਰੋਨ, ਪ੍ਰੋਟੋਨ ਜਾਂ ਨਿਊਟਰੋਨ, ਠੀਕ ਹੈ। 3 ਚੀਜ਼ਾਂ ਹੁੰਦੀਆਂ। ਆਪਾਂ ਇਹਦੇ ਵਿੱਚ ਗੱਲ ਕਰਨੀ ਹੈ ਸਿਰਫ ਇਲੈਕਟ੍ਰੋਨਸ ਦੀ। ਜਦੋਂ ਕਦੇ ਵੀ ਆਪਾਂ ਕੰਡਕਟਰ ਦੇ ਵਿੱਚੋਂ ਇਲੈਕਟ੍ਰਿਸਿਟੀ ਪਾਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਲੈਕਟ੍ਰਿਸਿਟੀ ਪਾਸ ਕਰਨ 'ਤੇ ਜਿਹੜੇ ਇਲੈਕਟ੍ਰੋਨਸ ਹੁੰਦੇ ਆ ਕੰਡਕਟਰ ਦੇ ਵਿੱਚ ਉਹ ਰੈਂਡਮਲੀ ਮੂਵ ਕਰਨੀ ਸ਼ੁਰੂ ਕਰ ਜਾਂਦੇ ਆ, ਜਿਵੇਂ ਕਿ ਡਾਇਗਰਾਮ ਵਿੱਚ ਸ਼ੋ ਕੀਤਾ ਹੋਇਆ। ਜਦੋਂ ਇਹ ਰੈਂਡਮ ਮੋਸ਼ਨ ਹੁੰਦਾ ਹੈ ਇਲੈਕਟ੍ਰੋਨਸ ਦਾ ਕਿਸੇ ਵੀ ਕੰਡਕਟਰ ਦੇ ਵਿੱਚ ਤਾਂ ਉਹ ਕੀ ਪ੍ਰੋਡਿਊਸ ਕਰਦਾ ਇਲੈਕਟ੍ਰਿਕ ਕਰੰਟ। ਹੁਣ ਡੈਫੀਨੇਸ਼ਨ ਦੇਖੋ, ਇਲੈਕਟ੍ਰਿਕ ਕਰੰਟ ਇਜ਼ ਡਿਫਾਈਨਡ ਐਜ਼ ਦਾ ਫਲੋ ਆਫ ਇਲੈਕਟ੍ਰਿਕ ਚਾਰਜ। ਇੱਥੇ ਫਲੋ ਆਫ ਇਲੈਕਟ੍ਰਿਕ ਚਾਰਜ ਕਿਹਨੂੰ ਕਹਿਣਾ ਨੇ ਇਲੈਕਟ੍ਰੋਨਸ ਨੂੰ ਪਰ ਯੂਨਿਟ ਟਾਈਮ, ਵੀ ਕਿੰਨੇ ਟਾਈਮ ਦੇ ਅੰਦਰ ਕਿੰਨੇ ਚਾਰਜ ਫਲੋ ਕਰ ਗਏ ਹੈ, ਕਿੰਨੇ ਇਲੈਕਟ੍ਰੋਨਸ ਫਲੋ ਕੀਤੇ ਉਹਨੂੰ ਕੀ ਬੋਲਣਾ ਆਪਾਂ ਇਲੈਕਟ੍ਰਿਕ ਕਰੰਟ। ਕਰੰਟ ਨੂੰ ਫਿਜ਼ਿਕਸ ਦੇ ਵਿੱਚ ਆਪਾਂ ਆਈ ਕੈਪੀਟਲ ਆਈ ਨਾਲ ਰਿਪਰੈਜ਼ੈਂਟ ਕਰਦੇ ਹਾਂ, ਜਿਹਦਾ ਮਤਲਬ ਕੀ ਹੈ ਇਲੈਕਟ੍ਰਿਕ ਕਰੰਟ ਇਜ਼ ਇਕੁਅਲਸ ਟੂ ਫਲੋ ਆਫ ਚਾਰਜ। ਚਾਰਜ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ ਕੈਪੀਟਲ ਕਿਊ ਨਾਲ, ਚਾਰਜ ਫਲੋ ਆਫ ਇਲੈਕਟ੍ਰਿਕ ਚਾਰਜ ਪਰ ਯੂਨਿਟ ਟਾਈਮ। ਇੱਥੇ ਟੀ ਕੀ ਆਪਾਂ ਕਿੰਨਾ ਟਾਈਮ ਲਿਆ ਚਾਰਜ ਨੇ ਮੂਵ ਕਰਨ ਲਈ। ਤਾਂ ਆਹ ਵਾਲਾ ਆਪਣੇ ਕੋਲ ਫਾਰਮੂਲਾ ਬਣ ਗਿਆ I ਇਜ਼ ਇਕੁਅਲਸ ਟੂ Q/T, ਦੈਟ ਇਜ਼ ਇਲੈਕਟ੍ਰਿਕ ਕਰੰਟ। ਕਲੀਅਰ। ਨੈਕਸਟ ਟੋਪਿਕ ਆ ਗਿਆ ਆਪਣੇ ਕੋਲ SI ਯੂਨਿਟ ਆਫ ਇਲੈਕਟ੍ਰਿਕ ਕਰੰਟ। SI ਯੂਨਿਟ ਆਫ ਇਲੈਕਟ੍ਰਿਕ ਕਰੰਟ ਕੀ ਹੈ? ਸਭ ਤੋਂ ਪਹਿਲਾਂ ਤਾਂ ਫਾਰਮੂਲਾ ਵੇਖੋ ਇਲੈਕਟ੍ਰਿਕ ਕਰੰਟ ਦਾ ਜੋ ਮੈਂ ਹੁਣ ਦੱਸ ਕੇ ਹਟੀ ਹਾਂ। I ਇਜ਼ ਇਕੁਅਲਸ ਟੂ Q/T। ਇਲੈਕਟ੍ਰਿਕ ਕਰੰਟ ਇਜ਼ ਇਕੁਅਲਸ ਟੂ ਚਾਰਜ ਫਲੋਇੰਗ ਥਰੂ ਅ ਕੰਡਕਟਰ ਪਰ ਯੂਨਿਟ ਟਾਈਮ। ਇੱਥੇ ਡਿਵਾਈਡ ਦਾ ਮਤਲਬ ਕੀ ਹੁੰਦਾ ਹੈ ਪਰ ਯੂਨਿਟ, ਇੱਥੇ ਟਾਈਮ। ਚਾਰਜ ਫਲੋਇੰਗ ਥਰੂ ਅ ਕੰਡਕਟਰ ਪਰ ਯੂਨਿਟ ਟਾਈਮ। ਇਹ ਤੋਂ ਫਾਰਮੂਲੇ ਤੋਂ ਡੈਫੀਨੇਸ਼ਨ ਕਲੀਅਰ ਹੋ ਗਈ। ਕਲੀਅਰ। ਹੁਣ ਨੈਕਸਟ ਐਸਆਈ ਯੂਨਿਟ ਵੇਖੋ, ਕਰੰਟ ਦੀ ਐਸਆਈ ਯੂਨਿਟ ਕੀ ਹੋਊਗੀ? ਚਾਰਜ ਦੀ ਐਸਆਈ ਯੂਨਿਟ ਹੁੰਦੀ ਹੈ ਜਾਊਲ। ਜਿਵੇਂ ਵਰਕ ਡਨ ਹੁੰਦਾ ਹੈ, ਵਰਕ ਡਨ ਦੀ ਐਸਆਈ ਯੂਨਿਟ ਜਾਊਲ ਹੁੰਦੀ ਹੈ, ਉਵੇਂ ਚਾਰਜ ਦੀ ਐਸਆਈ ਯੂਨਿਟ ਕੀ ਹੁੰਦੀ ਹੈ ਜਾਊਲ। ਓਵਰ ਟਾਈਮ ਦੀ ਐਸਆਈ ਯੂਨਿਟ ਕੀ ਹੁੰਦੀ ਹੈ ਸੈਕਿੰਡ। ਟਾਈਮ ਦੀ ਆ ਗਈ ਸੈਕਿੰਡ, ਤਾਂ ਐਸਆਈ ਯੂਨਿਟ ਕੀ ਬਣ ਗਈ ਕਰੰਟ ਦੀ ਜਾਊਲ ਪਰ ਸੈਕਿੰਡ। ਔਰ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ ਜਾਊਲ ਪਰ ਸੈਕਿੰਡ। ਪਰ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ, ਪਰ ਤੁਸੀਂ ਇੱਦਾਂ ਵੀ ਲਿਖ ਸਕਦੇ ਹੋ, ਠੀਕ ਹੈ, ਜਾਊਲ ਪਰ ਸੈਕਿੰਡ। ਪਰ ਜੇ ਆਪਾਂ ਆਮ ਲੈਂਗੁਏਜ ਵਿੱਚ ਗੱਲ ਕਰੀਏ ਤਾਂ ਐਸਆਈ ਯੂਨਿਟ ਜਿਹੜੀ ਹੁੰਦੀ ਹੈ ਕਰੰਟ ਦੀ ਉਹ ਹੁੰਦੀ ਹੈ ਐਂਪੀਅਰ। ਸਾਇੰਟਿਸਟ ਨੇਮ ਹੈ ਐਂਪੀਅਰ, ਸੋ ਉਹਦੇ ਨੇਮ ਤੋਂ ਐਸਆਈ ਯੂਨਿਟ ਰੱਖੀ ਗਈ ਸੀ ਜਿਹਨੇ ਮਤਲਬ ਕਰੰਟ ਨੂੰ ਇੰਟਰੋਡਿਊਸ ਕੀਤਾ ਸੀ। ਤਾਂ ਕੈਪੀਟਲ ਏ ਨਾਲ ਆਪਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ। ਤਾਂ ਐਸਆਈ ਯੂਨਿਟ ਕੀ ਬਣ ਗਈਆਂ? 2 ਐਸਆਈ ਯੂਨਿਟ ਬਣ ਗਈਆਂ ਜਾਊਲ ਪਰ ਸੈਕਿੰਡ ਸਿੰਪਲ ਲੈਂਗੁਏਜ ਵਿੱਚ, ਅਤੇ ਸਾਇੰਟਿਸਟ ਦੀ ਲੈਂਗੁਏਜ ਵਿੱਚ ਐਂਪੀਅਰ ਦੈਟ ਇਜ਼ ਰਿਪਰੈਜ਼ੈਂਟਡ ਬਾਈ ਕੈਪੀਟਲ ਏ। ਨੈਕਸਟ ਦੇਖ ਲਓ, ਇੱਥੇ ਆਪਣਾ ਲਿਖਿਆ ਹੋਇਆ ਐਂਪੀਅਰ ਇਜ਼ ਐਸਆਈ ਯੂਨਿਟ ਐਜ਼ ਆਈ ਆਲਰੇਡੀ ਟੋਲਡ। ਸੋ ਇਲੈਕਟ੍ਰਿਕ ਕਰੰਟ ਇਜ਼ ਸੈਡ ਟੂ ਬੀ 1 ਐਂਪੀਅਰ। ਹੁਣ ਆਪਾਂ ਗੱਲ ਕਰਨੀ ਹੈ ਕਿ ਇਲੈਕਟ੍ਰਿਕ ਕਰੰਟ ਹੈ ਜਿਹੜਾ ਆਈ ਹੈ ਉਹ 1 ਐਂਪੀਅਰ ਕਦੋਂ ਹੁੰਦਾ ਹੈ? ਇਲੈਕਟ੍ਰਿਕ ਕਰੰਟ ਆਪਾਂ 1 ਐਂਪੀਅਰ ਕਦੋਂ ਕਹਿੰਦੇ ਹਾਂ? ਦੇਖੋ ਆਪਾਂ ਨੂੰ ਪਤਾ ਹੈ I ਇਜ਼ ਇਕੁਅਲਸ ਟੂ Q/T। ਇਲੈਕਟ੍ਰਿਕ ਕਰੰਟ ਇਜ਼ ਇਕੁਅਲ ਟੂ ਚਾਰਜ ਫਲੋਇੰਗ ਪਰ ਯੂਨਿਟ ਟਾਈਮ। ਤਾਂ ਇੱਥੇ ਕਰੰਟ 1 ਐਂਪੀਅਰ ਕਦੋਂ ਹੋਊਗਾ? ਇਲੈਕਟ੍ਰਿਕ ਕਰੰਟ ਇਜ਼ ਸੈਡ ਟੂ ਬੀ 1 ਐਂਪੀਅਰ ਵੈਨ, ਜਦੋਂ 1 ਕੂਲਮ ਆਫ ਚਾਰਜ, ਜਦੋਂ 1 ਕੂਲਮ ਦਾ ਚਾਰਜ ਫਲੋ ਕਰੂਗਾ ਪਰ ਯੂਨਿਟ ਟਾਈਮ ਔਰ ਪਰ 1 ਸੈਕਿੰਡ ਟਾਈਮ, ਤਾਂ ਉਹ ਕੀ ਹੋਊਗਾ 1 ਐਂਪੀਅਰ ਇਲੈਕਟ੍ਰਿਕ ਕਰੰਟ। ਡੈਫੀਨੇਸ਼ਨ ਕਲੀਅਰ ਹੋ ਗਈ। when 1 coulomb of charge is flowing through a conductor per unit time, ਤਾਂ ਉਹ ਵਾਲਾ ਹੋਊਗਾ 1 ਐਂਪੀਅਰ। ਹੁਣ ਵਿਦ ਡੈਫੀਨੇਸ਼ਨ ਦੇਖੋ, ਇਲੈਕਟ੍ਰਿਕ ਕਰੰਟ is said to be 1 ampere if 1 coulomb of charge flow per second। ਜਦੋਂ 1 ਸੈਕਿੰਡ ਵਿੱਚ ਫਲੋ ਕਰਦਾ ਹੈ ਤਾਂ ਉਹਨੂੰ ਆਪਾਂ 1 ਐਂਪੀਅਰ ਬੋਲਦੇ ਹਾਂ। the direction of electric current is the direction of flow of positive or opposite। ਇਹ ਦੇਖੋ ਕੀ ਕਹਿ ਰਹੇ ਹੈ, ਕਹਿੰਦੇ ਜਿਹੜਾ ਇਲੈਕਟ੍ਰਿਕ ਕਰੰਟ ਹੈ, ਮੰਨ ਲਓ ਆਪਣੇ ਕੋਲ ਕੰਡਕਟਰ ਹੈ, ਠੀਕ ਹੈ।
ਕੰਡਕਟਰ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਮੂਵ ਕਰਦੇ ਹੁੰਦੇ ਆ, ਕੰਡਕਟਰ ਦੇ ਵਿੱਚ ਇਲੈਕਟ੍ਰੋਨਸ ਹਮੇਸ਼ਾ ਨੈਗੇਟਿਵ ਟਰਮੀਨਲ ਟੂ ਪੋਜ਼ਿਟਿਵ ਟਰਮੀਨਲ ਜਾਂਦੇ ਆ। ਹੁਣ ਟਰਮੀਨਲ ਦਾ ਮਤਲਬ ਕੀ ਹੈ ਕਿ ਕੋਈ ਵੀ ਕੰਡਕਟਰ 'ਚੋਂ ਇਲੈਕਟ੍ਰਿਸਿਟੀ ਕਦੋਂ ਪਾਸ ਕਰਦੀ ਹੈ, ਜਦੋਂ ਉਹਨੂੰ ਸੈੱਲ ਜਾਂ ਬੈਟਰੀ ਨਾਲ ਕਨੈਕਟ ਕੀਤਾ ਹੁੰਦਾ, ਠੀਕ ਹੈ, ਸੈੱਲ ਜਾਂ ਬੈਟਰੀ। ਤਾਂ ਇੱਥੇ ਇੱਧਰਲੇ ਪਾਸੇ ਆ ਹੈਗਾ ਪੋਜ਼ਿਟਿਵ, ਇੱਧਰਲੇ ਆ ਹੁੰਦਾ ਛੋਟੇ ਵਾਲਾ ਨੈਗੇਟਿਵ, ਵੱਡੇ ਵਾਲਾ ਪੋਜ਼ਿਟਿਵ, ਆਹ ਵਾਲਾ ਆ ਗਿਆ ਆਪਣੇ ਕੋਲ ਨੈਗੇਟਿਵ, ਠੀਕ ਹੈ। ਤਾਂ ਇਲੈਕਟ੍ਰੋਨਸ ਹਮੇਸ਼ਾ ਕੀ ਹੈ, ਦੁਬਾਰਾ ਦੇਖ ਲਓ, ਕੋਈ ਵੀ ਕੰਡਕਟਰ ਹੈ, ਇਹ ਸੈੱਲ ਜਾਂ ਬੈਟਰੀ ਨਾਲ ਕਨੈਕਟ ਕੀਤਾ ਹੋਇਆ, ਠੀਕ ਹੈ, ਇੱਧਰ ਪੋਜ਼ਿਟਿਵ ਚਾਰਜ, ਇੱਥੇ ਨੈਗੇਟਿਵ ਚਾਰਜ, ਇਹ ਸੈੱਲ ਨਾਲ ਕਨੈਕਟਡ ਹੈ। ਹੁਣ ਇਲੈਕਟ੍ਰੋਨਸ ਹੈ ਜਿਹੜੇ ਉਹ ਹਮੇਸ਼ਾ ਨੈਗੇਟਿਵ ਤੋਂ ਮੂਵ ਕਰਦੇ ਹੋਏ ਪੋਜ਼ਿਟਿਵ ਵੱਲ ਜਾਣਗੇ, ਠੀਕ ਹੈ। ਇਲੈਕਟ੍ਰੋਨਸ ਕਿਉਂਕਿ ਪਤਾ ਨੈਗੇਟਿਵ ਚਾਰਜ ਹੈ, ਤੁਸੀਂ ਯਾਦ ਰੱਖੋ ਇਲੈਕਟ੍ਰੋਨਸ ਨੈਗੇਟਿਵ ਚਾਰਜ, ਤਾਂ ਇਲੈਕਟ੍ਰੋਨਸ ਹਮੇਸ਼ਾ ਨੈਗੇਟਿਵ ਤੋਂ ਮੂਵ ਕਰਕੇ ਪੋਜ਼ਿਟਿਵ ਵਿੱਚ ਜਾਣਗੇ। ਬਟ ਜਿਹੜਾ ਕਰੰਟ ਫਲੋ ਕਰਦਾ ਹੈ, ਹੁਣ ਆਪਾਂ ਨੂੰ ਪਤਾ ਹੈ ਇਲੈਕਟ੍ਰੋਨਸ ਦੇ ਫਲੋ ਕਰਕੇ ਹੀ ਕਰੰਟ ਫਲੋ ਕਰਦਾ ਹੈ, ਜਿਹੜਾ ਇਲੈਕਟ੍ਰੋਨਸ ਹੈ ਉਹ ਨੈਗੇਟਿਵ ਟੂ ਪੋਜ਼ਿਟਿਵ ਗਿਆ, ਕਲੀਅਰ। ਬਟ ਜਿਹੜਾ ਕਰੰਟ ਹੈ ਉਹ ਹਮੇਸ਼ਾ ਆਪੋਜ਼ਿਟ ਜਾਂਦਾ ਹੈ, ਆਪੋਜ਼ਿਟ ਮਤਲਬ ਕਰੰਟ ਹਮੇਸ਼ਾ ਪੋਜ਼ਿਟਿਵ ਟੂ ਨੈਗੇਟਿਵ ਜਾਊਗਾ। ਇਲੈਕਟ੍ਰੋਨਸ ਹਮੇਸ਼ਾ ਜਾਣਗੇ ਨੈਗੇਟਿਵ ਟੂ ਪੋਜ਼ਿਟਿਵ, ਬਟ ਇਲੈਕਟ੍ਰਿਕ ਕਰੰਟ ਹਮੇਸ਼ਾ ਪੋਜ਼ਿਟਿਵ ਟੂ ਨੈਗੇਟਿਵ, ਔਰ ਯੂ ਕੈਨ ਸੇ opposite to the direction of flow of electrons. Current always flow in the direction opposite to the direction of the current or the electrons. If electrons are moving from negative to positive, then it is obvious that current is moving from positive to negative. Clear होगी ना ये गल? Next आ गया अपने कोल conductors of electricity. नाम तो ही क्लियर है, कंडक्टर्स। कंडक्टर मतलब मटीरियल्स दैट अलाउ इलैक्ट्रिसिटी टू पास थ्रू दैम। जिमें कोई भी वायरस है, आ टिन है, आ कॉपर है, ਜਿਹੜਾ ਵੀ ਮਟੀਰੀਅਲ ਆਪਦੇ ਵਿੱਚੋਂ ਇਲੈਕਟ੍ਰਿਸਿਟੀ ਨੂੰ ਪਾਸ ਕਰਨਾ ਅਲਾਉ ਕਰ ਦਿੰਦਾ ਹੈ, ਉਹ ਮਟੀਰੀਅਲ ਨੂੰ ਆਪਾਂ ਕੀ ਬੋਲਦੇ ਹਾਂ, ਕੰਡਕਟਰਸ ਆਫ ਇਲੈਕਟ੍ਰਿਸਿਟੀ। ਡੈਫੀਨੇਸ਼ਨ ਦੇਖ ਲਓ, a material which easily allow the flow of electric current to pass through it is called electric conductor. For example, all the metals, जिन्ने भी metals ਆਪਾਂ ਪੜ੍ਹੇ ਆ, ਜਿੰਨੇ ਵੀ alloys ਆਪਾਂ ਪੜ੍ਹੇ ਆ, ਜਿਵੇਂ ਕਿ ਕਾਪਰ, ਐਲੂਮੀਨੀਅਮ, ਨਿਕਲ, ਟਿਨ, ਇਹ ਸਾਰੇ ਕੀ ਹੈ, ਗੁੱਡ ਕੰਡਕਟਰਸ ਆਫ ਇਲੈਕਟ੍ਰਿਸਿਟੀ। ਹਿਊਮਨ ਬੋਡੀ, ਜਿਹੜੀ ਆਪਣੀ ਬੋਡੀ ਹੈ, ਇਹ ਵੀ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਹੈ, ਕਿਉਂਕਿ ਆਪਾਂ ਨੂੰ ਵੀ ਸ਼ੌਕ ਲੱਗਦਾ ਨਾ ਜਦੋਂ ਗਲਤੀ ਨਾਲ ਆਪਣੇ ਮਤਲਬ ਸ਼ੂਜ਼ ਨਾ ਪਾਏ ਹੋਣ, ਚੱਪਲ ਨਾ ਪਾਈ ਹੋਵੇ, ਤਾਂ ਕੋਈ ਇਲੈਕਟ੍ਰੀਕਲ ਗੈਜਟ ਨੂੰ ਜਦੋਂ ਹੱਥ ਲਾ ਲੈਂਦੇ ਆ ਤਾਂ ਆਪਾਂ ਨੂੰ ਮਤਲਬ ਕਰੰਟ ਲੱਗਦਾ। ਤਾਂ ਇਟ ਮੀਨਸ ਇਟ ਪ੍ਰੂਵਸ ਦੈਟ ਹਿਊਮਨ ਬੋਡੀ ਇਜ਼ ਆਲਸੋ ਅ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਇਨਸੂਲੇਟਰਸ ਆਫ ਇਲੈਕਟ੍ਰਿਸਿਟੀ। ਜਿਵੇਂ ਨੇਮ ਕਲੀਅਰ ਹੈ, ਇਨਸੂਲੇਟਰਸ ਦਾ ਮਟੀਰੀਅਲਸ, ਉੱਦਾਂ ਦੇ ਮਟੀਰੀਅਲਸ ਜਿਨ੍ਹਾਂ ਵਿੱਚੋਂ ਇਲੈਕਟ੍ਰਿਕ ਕਰੰਟ ਫਲੋ ਨਹੀਂ ਕਰ ਸਕਦਾ। ਦਾ ਮਟੀਰੀਅਲ ਵਿਚ ਡੂ ਨਾਟ ਅਲਾਉ ਦਾ flow of electric current to pass through them. For example, non metals, जिन्ने भी non metals ਹੁੰਦੇ ਆ ਸਾਰੇ ਕੀ ਹੈ, bad conductors ਜਾਂ insulators ਹੁੰਦੇ ਆ ਇਲੈਕਟ੍ਰਿਸਿਟੀ ਦੇ। ਜਿਵੇਂ ਕਿ ਮਟੀਰੀਅਲ ਲਾਈਕ ਪਲਾਸਟਿਕ, ਰਬਰ, ਵੁੱਡ, ਆਇਲ, ਕਾਟਨ, ਵੂਲ, ਇਹ ਵੀ ਸਾਰੇ ਕਿਹੜੇ ਹੈ, ਜਾਂ ਇਹ ਸਾਰੇ ਕੀ ਹੈ, ਬੈਡ ਕੰਡਕਟਰ ਆਫ ਇਲੈਕਟ੍ਰਿਸਿਟੀ। ਅੱਗੇ ਕਿਹਾ ਗਿਆ ਆਲ ਦ ਗੈਸਿਸ ਆਰ ਆਲਸੋ ਇਨਸੂਲੇਟਰ। ਜਿਹੜੇ ਸਾਰੀਆਂ ਗੈਸਿਸ ਹੈ, ਜਿੰਨੀਆਂ ਵੀ ਗੈਸਿਸ ਹੈ, ਕਾਰਬਨ ਡਾਈਆਕਸਾਈਡ, ਆਕਸੀਜਨ, ਇਹ ਸਾਰੇ ਵੀ ਕੀ ਹੁੰਦੇ ਆ, ਬੈਡ ਕੰਡਕਟਰ ਆਫ ਇਲੈਕਟ੍ਰਿਸਿਟੀ। ਕਲੀਅਰ। ਜਸਟ ਵੇਟ। ਜਿਹੜਾ ਪਿਓਰ ਵਾਟਰ ਹੁੰਦਾ, ਜਿਹੜਾ ਪਿਓਰ ਵਾਟਰ ਹੈ, ਉਹ ਵੀ ਕੀ ਹੈ, ਬੈਡ ਕੰਡਕਟਰ ਆਫ ਇਲੈਕਟ੍ਰਿਸਿਟੀ। ਪਿਓਰ ਵਾਟਰ ਵੀ ਇੱਕ ਬੈਡ ਕੰਡਕਟਰ ਆਫ ਇਲੈਕਟ੍ਰਿਸਿਟੀ ਹੈ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਇੱਕ ਨਿਊ ਸਮਥਿੰਗ ਮੋਰ ਚੀਜ਼ ਹੈ ਇਹ, ਮਟੀਰੀਅਲਸ ਵਿਚ ਆਰ ਗੁੱਡ ਕੰਡਕਟਰ ਆਫ ਹੀਟ ਆਰ ਆਲਸੋ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਉੱਦਾਂ ਦੇ ਮਟੀਰੀਅਲ ਜਿਨ੍ਹਾਂ ਵਿੱਚੋਂ ਹੀਟ ਈਜ਼ੀਲੀ ਪਾਸ ਹੋ ਜਾਂਦੀ ਹੈ, ਮਤਲਬ 99 ਕੇਸਿਸ ਵਿੱਚ ਉਹਨਾਂ ਵਿੱਚੋਂ ਇਲੈਕਟ੍ਰਿਸਿਟੀ ਵੀ ਪਾਸ ਹੋ ਜਾਂਦੀ ਹੈ, ਠੀਕ ਹੈ। ਬਟ ਇੱਕ ਐਕਸੈਪਸ਼ਨਲ ਕੇਸ ਹੈ ਮਾਈਕਾ ਕਿ ਇੱਦਾਂ ਦਾ ਐਕਸੈਪਸ਼ਨਲ ਕੇਸ ਹੈ ਜਿਹੜਾ ਕਿ ਗੁੱਡ ਕੰਡਕਟਰ ਆਫ ਹੀਟ ਤਾਂ ਹੈਗਾ, ਬਟ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਨਹੀਂ ਹੈਗਾ, ਬਟ ਨਾਟ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਕਲੀਅਰ। ਇੱਕ ਐਕਸੈਪਸ਼ਨਲ ਕੇਸ ਹੈ, ਬਸ ਇਹ ਆਪਾਂ ਲਰਨ ਕਰਨਾ। ਨੈਕਸਟ ਆ ਗਿਆ ਆਪਣੇ ਕੋਲ ਸੋਰਸਿਸ ਆਫ ਇਲੈਕਟ੍ਰਿਸਿਟੀ। ਹੁਣ ਜਿਹੜੇ ਵੀ ਆਪਾਂ ਮਤਲਬ ਗੈਜਟਸ ਵਗੈਰਾ ਯੂਜ਼ ਕਰਦੇ ਹਾਂ ਜਿਹੜੇ ਇਲੈਕਟ੍ਰਿਸਿਟੀ 'ਤੇ ਕੰਮ ਕਰਦੇ ਆ, ਹੁਣ ਆਪਾਂ ਨੂੰ ਐਕਚੁਅਲੀ ਇਲੈਕਟ੍ਰਿਸਿਟੀ ਮਿਲ ਕਿੱਥੋਂ ਰਹੀ ਹੈ। ਜਿਹੜੇ ਮੇਨ ਸੋਰਸ ਆਪਾਂ ਇਲੈਕਟ੍ਰਿਸਿਟੀ ਦੇ ਯੂਜ਼ ਕਰਦੇ ਹਾਂ ਉਹ ਹੈਗੇ ਜਿਵੇਂ ਬੈਟਰੀ, ਸੈੱਲ, ਜਿਵੇਂ ਆਹ ਸੈੱਲ ਹੈ, ਆਹ ਬੈਟਰੀ ਹੈ,
ਆ ਜਨਰੇਟਰ ਹੈ, ਠੀਕ ਹੈ, ਆਪਣੇ ਘਰਾਂ ਵਿੱਚ ਜਨਰੇਟਰ ਲੱਗੇ ਹੁੰਦੇ ਆ। ਜਦੋਂ ਕਈ ਵਾਰੀ ਇਲੈਕਟ੍ਰੀਸਿਟੀ ਨਹੀਂ ਹੁੰਦੀ ਤਾਂ ਆਪਾਂ ਆਰਟੀਫਿਸ਼ੀਅਲ ਮਤਲਬ ਕਿ ਇਲੈਕਟ੍ਰੀਸਿਟੀ ਸਪਲਾਈ ਪ੍ਰੋਡਿਊਸ ਕਰਨ ਲਈ ਮੇਨ ਸਪਲਾਈ, ਜਿਵੇਂ ਆਪਣੇ ਘਰਾਂ ਵਿੱਚ ਫਿਊਜ਼ ਲੱਗੇ ਹੁੰਦੇ ਆ, ਇਲੈਕਟ੍ਰਿਕ ਮੀਟਰਸ ਲੱਗੇ ਹੁੰਦੇ ਆ, ਉੱਥੋਂ ਮੇਨ ਸਪਲਾਈ 'ਚੋਂ ਕੀ ਹੈ, ਇਲੈਕਟ੍ਰੀਸਿਟੀ ਆਉਂਦੀ ਹੈ ਆਪਾਂ ਨੂੰ, ਠੀਕ ਹੈ। ਇਹ ਮੇਨ ਸੋਰਸ ਆਫ ਇਲੈਕਟ੍ਰੀਸਿਟੀ ਹੈ। ਨੈਕਸਟ ਆ ਗਿਆ ਆਪਣੇ ਕੋਲ ਸੈੱਲ। ਸੈੱਲ ਕੀ ਹੈ? ਫਸਟ ਐਵਰ ਸੋਰਸ ਆਫ ਕੰਟੀਨਿਊਸ ਫਲੋ ਆਫ ਇਲੈਕਟ੍ਰੀਸਿਟੀ। ਇਹ ਸਭ ਤੋਂ ਪਹਿਲਾ ਸੋਰਸ ਲੱਭਿਆ ਗਿਆ ਸੀ ਇੱਕ ਕੰਟੀਨਿਊਸ ਫਲੋ ਆਫ ਇਲੈਕਟ੍ਰੀਸਿਟੀ। ਉਹ ਕਿਹੜਾ ਲੱਭਿਆ ਗਿਆ ਸੀ? ਇਲੈਕਟ੍ਰਿਕ ਸੈੱਲ। ਇਲੈਕਟ੍ਰਿਕ ਸੈੱਲ ਵਿੱਚ ਐਕਚੁਅਲੀ ਕੀ ਹੁੰਦਾ ਹੈ, ਸੈੱਲ ਦੇ ਅੰਦਰ ਨਾ ਕੈਮੀਕਲ ਐਨਰਜੀ ਸਟੋਰ ਹੁੰਦੀ ਹੈ। ਇਲੈਕਟ੍ਰੀਕਲ ਸੈੱਲ ਦੇ ਵਿੱਚ ਕੈਮੀਕਲ ਐਨਰਜੀ ਸਟੋਰ ਹੁੰਦੀ ਹੈ, ਤਾਂ ਉਹ ਕੈਮੀਕਲ ਐਨਰਜੀ ਕੀ ਹੈ, ਕਨਵਰਟ ਹੋ ਜਾਂਦੀ ਹੈ ਇਨਟੂ ਇਲੈਕਟ੍ਰੀਕਲ ਐਨਰਜੀ। ਜਦੋਂ ਕੋਈ ਵੀ ਮੂਵਮੈਂਟ ਆਫ ਇਲੈਕਟ੍ਰੋਨਸ ਵਗੈਰਾ ਜਾਂ ਮੂਵਮੈਂਟ ਹੁੰਦੀ ਹੈ, ਮੋਸ਼ਨ ਹੁੰਦਾ ਹੈ, ਤਾਂ ਉਹਦੇ ਵਿੱਚ ਜਿਹੜੀ ਕੈਮੀਕਲ ਐਨਰਜੀ ਹੈ ਉਹ ਇਲੈਕਟ੍ਰੀਕਲ ਐਨਰਜੀ ਵਿੱਚ ਕਨਵਰਟ ਹੋ ਕੇ ਆਪਾਂ ਨੂੰ ਮਤਲਬ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਦੇ ਆ। ਤਾਂ ਇਸ ਪੂਰੀ ਪ੍ਰੋਸੈਸ ਨੂੰ ਜਦੋਂ ਕੈਮੀਕਲ ਐਨਰਜੀ ਇਲੈਕਟ੍ਰੀਕਲ ਵਿੱਚ ਕਨਵਰਟ ਹੋ ਜਾਂਦਾ ਤਾਂ ਉਸ ਮਟੀਰੀਅਲ ਨੂੰ ਆਪਾਂ ਇਲੈਕਟ੍ਰੋਕੈਮੀਕਲ ਸੈੱਲ ਵੀ ਕਹਿ ਸਕਦੇ ਹਾਂ, ਜਿਹੜਾ ਕੈਮੀਕਲ ਟੂ ਇਲੈਕਟ੍ਰੀਕਲ ਆਇਆ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਟਾਈਪਸ ਆਫ ਇਲੈਕਟ੍ਰਿਕ ਸੈੱਲ। ਜਿਹੜੇ ਹੁਣ ਆਪਾਂ ਸੈੱਲ ਯੂਜ਼ ਕਰਦੇ ਹਾਂ ਉਹਦੀਆਂ ਵੀ ਦੋ ਟਾਈਪਸ ਹੁੰਦੀਆਂ। ਫਰਸਟ ਇਜ਼ ਪ੍ਰਾਇਮਰੀ ਸੈੱਲ, ਸੈਕਿੰਡ ਇਜ਼ ਸੈਕੰਡਰੀ ਸੈੱਲ। 1 ਬਾਏ 1 ਰੀਡ ਕਰਦੇ ਹਾਂ। ਪ੍ਰਾਇਮਰੀ ਸੈੱਲ ਉਹ ਵਾਲੇ ਸੈੱਲਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਇੱਕ ਵਾਰੀ ਯੂਜ਼ ਕਰ ਲਈਏ, ਦੂਜੀ ਵਾਰੀ ਆਪਾਂ ਨੂੰ ਰੀਯੂਜ਼ ਨਹੀਂ ਕਰ ਸਕਦੇ। ਜਿਵੇਂ ਆਪਾਂ ਇੱਦਾਂ ਦੇ ਸੈੱਲ ਯੂਜ਼ ਕਰਦੇ ਹਾਂ ਘਰਾਂ 'ਚ, ਟੀਵੀ ਰਿਮੋਟ 'ਚ, ਏਸੀ ਰਿਮੋਟ ਵਿੱਚ। ਜਦੋਂ ਇੱਕ ਵਾਰੀ ਟੀਵੀ ਦਾ ਰਿਮੋਟ ਦਾ ਸੈੱਲ ਖਤਮ ਹੋ ਜਾਂਦਾ ਤਾਂ ਆਪਾਂ ਨੂੰ ਦੁਬਾਰਾ ਐਕਸਚੇਂਜ ਕਰਨਾ ਪੈਂਦਾ, ਦੁਬਾਰਾ ਚੇਂਜ ਕਰਨਾ ਪੈਂਦਾ। ਕਿਉਂ? ਕਿਉਂਕਿ ਆਪਾਂ ਇਹਨੂੰ ਦੁਬਾਰਾ ਚਾਰਜ ਕਰਕੇ ਯੂਜ਼ ਨਹੀਂ ਕਰ ਸਕਦੇ। ਤਾਂ ਜਿਹੜੀ ਵੀ ਸੈੱਲਸ ਨੂੰ ਆਪਾਂ ਦੁਬਾਰਾ ਰੀਯੂਜ਼ ਨਹੀਂ ਕਰ ਸਕਦੇ ਉਹ ਪ੍ਰਾਇਮਰੀ ਸੈੱਲਸ ਹੁੰਦੇ ਆ। ਫੋਰ ਐਗਜ਼ਾਮਪਲ ਡੈਨੀਅਲ ਸੈੱਲ, ਡਰਾਈ ਸੈੱਲ, ਲੈਕਲੈਂਜ ਸੈੱਲ। ਇਹ ਡੈਨੀਅਲ ਸੈੱਲ ਅਤੇ ਲੈਕਲੈਂਜਿਸ ਸੈੱਲ ਇਹ ਕੀ ਆਪਾਂ ਹਾਇਰ ਕਲਾਸਿਸ ਵਿੱਚ ਰੀਡ ਆਊਟ ਕਰਾਂਗੇ। ਡਰਾਈ ਸੈੱਲ ਆਪਣੇ ਸਿਲੇਬਸ ਹੈਗਾ, ਡਰਾਈ ਸੈੱਲ ਮੈਂ ਅੱਗੇ ਰੀਡ ਕਰਵਾਉਂਦੀ ਹਾਂ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਸੈਕੰਡਰੀ ਸੈੱਲ। ਸੈਕੰਡਰੀ ਸੈੱਲ ਕੀ ਹੈ? ਉੱਦਾਂ ਦੇ ਸੈੱਲ ਜਿਹੜੇ ਇੱਕ ਵਾਰੀ ਖਤਮ ਹੋ ਜਾਣ ਭਲਾ, ਬਟ ਸਟਿਲ ਆਪਾਂ ਉਹਨਾਂ ਨੂੰ ਦੁਬਾਰਾ ਚਾਰਜ ਕਰਕੇ ਅਗੇਨ ਐਂਡ ਅਗੇਨ ਰੀਯੂਜ਼ ਕਰ ਲੈਂਦੇ ਹਾਂ। ਜਿਵੇਂ ਮੰਨ ਲਓ ਆਪਣੇ ਮੋਬਾਈਲ ਦੀ ਬੈਟਰੀ ਹੈ, ਹੁਣ ਮੋਬਾਈਲ ਦੀ ਬੈਟਰੀ ਇੱਕ ਵਾਰੀ 0% ਹੋ ਗਈ ਤਾਂ ਬੈਟਰੀ ਕੱਢ ਕੇ ਬਾਹਰ ਸੁੱਟ ਦਿੰਦੇ ਆਪਾਂ? ਨਹੀਂ ਨਾ, ਤਾਂ ਬੈਟਰੀ ਨੂੰ ਕੀ ਆਪਾਂ ਚਾਰਜ ਕਰ ਲੈਂਦੇ ਹਾਂ। ਤਾਂ ਉੱਦਾਂ ਦੇ ਸੈੱਲ ਜਿਹੜੇ ਚਾਰਜੇਬਲ ਹੁੰਦੇ, ਜਿਹਨੂੰ ਆਪਾਂ ਚਾਰਜ ਕਰ ਸਕਦੇ ਹਾਂ, ਉਹ ਵਾਲੇ ਕਿਹੜੇ ਹੁੰਦੇ ਆ? ਸੈਕੰਡਰੀ ਸੈੱਲ। ਜਿਵੇਂ ਕਾਰ ਦੀ ਬੈਟਰੀ ਜਾਂ ਕੋਈ ਵੀ ਇਨਵਰਟਰਸ ਦੀ ਬੈਟਰੀ, ਇਹ ਸਾਰੇ ਕਿਹੜੇ ਹੁੰਦੇ ਆ? ਸੈਕੰਡਰੀ ਸੈੱਲਸ ਦੈਟ ਕੈਨ ਬੀ ਯੂਜ਼ਡ ਅਗੇਨ ਐਂਡ ਅਗੇਨ ਬਾਈ ਰੀਚਾਰਜਿੰਗ ਦੈਮ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਯੂਜ਼ਿਸ ਆਫ ਸੈੱਲ। ਸੈੱਲ ਤਾਂ ਆਪਾਂ ਨੂੰ ਪਤਾ ਬਹੁਤ ਜਗ੍ਹਾ 'ਤੇ ਯੂਜ਼ ਹੁੰਦੇ ਆ, ਜਿਵੇਂ ਆਪਣੀ ਅਲਾਰਮ ਬੈਲਸ ਦੇ ਵਿੱਚ, ਟਾਰਚ ਵਿੱਚ, ਵਾਲ ਕਲੌਕ, ਰਿਮੋਟ, ਟੀਵੀ, ਏਸੀ, ਮਤਲਬ ਸਾਰੇ ਮਤਲਬ ਰਿਮੋਟਸ ਵਿੱਚ ਕੀ ਆਪਾਂ ਸੈੱਲ ਯੂਜ਼ ਕਰਦੇ ਹਾਂ, ਠੀਕ ਹੈ। ਜਿਹੜੇ ਮੇਨ ਆਪਾਂ ਇਲੈਕਟ੍ਰੋਨਿਕ ਡਿਵਾਈਸਿਸ ਦੇ ਵਿੱਚ ਸੈੱਲ ਯੂਜ਼ ਕਰਦੇ ਹਾਂ ਉਹ ਮੇਨਲੀ ਆਪਾਂ ਡਰਾਈ ਸੈੱਲ ਯੂਜ਼ ਕਰਦੇ ਹਾਂ। ਡਰਾਈ ਸੈੱਲ ਮਤਲਬ ਇੱਦਾਂ ਦਾ ਸੈੱਲ, ਆ ਦੇਖੋ, ਜਸਟ ਵੇਟ। ਡਰਾਈ ਸੈੱਲ ਆਹ ਵਾਲਾ ਸੈੱਲ ਜਿਹੜਾ ਆਪਾਂ ਆਮ ਘਰਾਂ ਵਿੱਚ ਸੈੱਲ ਯੂਜ਼ ਕਰਦੇ ਹਾਂ ਉਹ ਵਾਲਾ ਹੁੰਦਾ ਡਰਾਈ ਸੈੱਲ। ਕੰਸਟਰਕਸ਼ਨ ਪੂਰਾ ਇਨਸਾਈਡ ਮੈਂ ਸਮਝਾਉਂਦੀ ਹਾਂ ਕਿਵੇਂ ਹੁੰਦਾ। ਦੇਖੋ, ਯੂਜ਼ਿਸ ਆਫ ਸੈੱਲ ਡਨ। ਹੁਣ ਆਪਣੇ ਕੋਲ ਆ ਗਿਆ ਡਰਾਈ ਸੈੱਲ। ਡਰਾਈ ਸੈੱਲ ਦੇ ਐਕਚੁਅਲੀ ਵਿੱਚ ਕੀ ਹੁੰਦਾ ਹੈ? ਜਿਹੜਾ ਆਪਾਂ ਸੈੱਲ ਘਰਾਂ ਵਿੱਚ ਆਮ ਯੂਜ਼ ਕਰਦੇ ਹਾਂ, ਕਦੇ ਉਹਨੂੰ ਤੋੜ ਕੇ ਦੇਖਿਓ, ਉਹ ਸੈੱਲ ਦੇ ਅੰਦਰੋਂ ਕੀ ਹੈ? ਬਲੈਕ ਕਲਰ ਦੀ ਇੱਦਾਂ ਹੁੰਦੀ ਹੈ ਕਾਰਬਨ ਰੋਡ। ਆਹ ਵਾਲੀ ਹੁੰਦੀ ਹੈ ਕਾਰਬਨ ਰੋਡ। ਇਹ ਜਿਹੜੀ ਕਾਰਬਨ ਰੋਡ ਹੁੰਦੀ ਹੈ, ਜਿਹੜੀ ਆਪਣਾ ਡਰਾਈ ਸੈੱਲ ਦੇ ਵਿੱਚ ਹੁੰਦੀ ਹੈ, ਇਹ ਐਜ਼ ਅ ਪੋਜ਼ੀਟਿਵ ਟਰਮੀਨਲ, ਐਜ਼ ਅ ਪੋਜ਼ੀਟਿਵ ਇਲੈਕਟ੍ਰੋਡ ਕੰਮ ਕਰਦੀ ਹੈ, ਠੀਕ ਹੈ। ਕਾਰਬਨ ਰੋਡ ਪੋਜ਼ੀਟਿਵ ਟਰਮੀਨਲ ਹੁੰਦੀ ਹੈ ਅਤੇ ਕਾਰਬਨ ਰੋਡ ਦੇ ਆਸੇ ਪਾਸੇ ਜਿਹੜਾ ਪੂਰਾ ਮਟੀਰੀਅਲ ਆਹ ਵਾਲਾ ਯੂਜ਼ ਹੋ ਰਿਹਾ, ਆਹ ਪੂਰਾ ਮਟੀਰੀਅਲ, ਇਹ ਕਿਹੜਾ ਆਪਣੇ ਕੋਲ ਇੱਥੇ ਲਿਖਿਆ ਹੋਊਗਾ ਆਪਣੇ ਕੋਲ ਜ਼ਿੰਕ। ਸੈਕਿੰਡ ਕਿਹੜਾ ਆ ਗਿਆ ਆਪਣੇ ਕੋਲ? ਜ਼ਿੰਕ ਕੰਟੇਨਰ। ਜ਼ਿੰਕ ਕੰਟੇਨਰ ਹੈ ਜਿਹੜਾ ਉਹ ਆਪਾਂ ਐਕਚੁਅਲੀ ਯੂਜ਼ ਕਰ ਰਹੇ ਹਾਂ ਐਜ਼ ਅ ਨੈਗੇਟਿਵ ਟਰਮੀਨਲ। ਜ਼ਿੰਕ ਕੰਟੇਨਰ ਯੂਜ਼ ਕਰਦੇ ਹਾਂ ਆਪਾਂ ਐਜ਼ ਅ ਨੈਗੇਟਿਵ ਟਰਮੀਨਲ। ਪੋਜ਼ੀਟਿਵ ਟਰਮੀਨਲ ਕਿਹੜਾ ਹੁੰਦਾ ਡਰਾਈ ਸੈੱਲ 'ਚ? ਕਾਰਬਨ ਰੋਡ। ਨੈਗੇਟਿਵ ਟਰਮੀਨਲ ਕਿਹੜਾ ਹੁੰਦਾ ਆਪਣੇ ਕੋਲ? ਜ਼ਿੰਕ ਕੰਟੇਨਰ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਇਹਨੂੰ ਉੱਪਰੋਂ, ਜਿਵੇਂ ਇੱਥੇ ਆਪਣੇ ਕੋਲ ਹੁੰਦਾ ਹੈ ਮੇਨ ਉੱਪਰ ਜਿਹੜਾ ਥੋੜ੍ਹਾ ਪਾਰਟ ਉੱਪਰ ਜੇ ਹੁੰਦਾ ਉਹ ਹੁੰਦਾ ਬਰਾਸ ਕੈਪ, ਜਿਹਦੇ ਵਿੱਚੋਂ ਕਰੰਟ ਵਗੈਰਾ ਮਤਲਬ ਇਲੈਕਟ੍ਰੋਨਸ ਵਗੈਰਾ ਫਲੋ ਹੋਣ ਲਈ ਹੈਲਪਫੁਲ ਹੁੰਦਾ ਹੈ। ਨੀਚੇ ਇੱਥੇ ਉੱਪਰ ਹੁੰਦਾ ਪੋਜ਼ੀਟਿਵ, ਜਿਹੜਾ ਉੱਪਰ ਉੱਠਿਆ ਆ ਹੁੰਦਾ ਪੋਜ਼ੀਟਿਵ ਟਰਮੀਨਲ, ਨੀਚੇ ਜਿਹੜਾ ਹੁੰਦਾ ਉਹ ਨੈਗੇਟਿਵ ਟਰਮੀਨਲ। ਅਤੇ ਪੂਰੇ ਸੈੱਲ ਦੇ ਵਿੱਚ ਕਾਰਬਨ ਐਜ਼ ਅ ਪੋਜ਼ੀਟਿਵ ਟਰਮੀਨਲ ਅਤੇ ਜ਼ਿੰਕ ਐਜ਼ ਅ ਨੈਗੇਟਿਵ ਟਰਮੀਨਲ ਬਿਹੇਵ ਕਰ ਰਿਹਾ, ਠੀਕ ਹੈ। ਉਸ ਤੋਂ ਉੱਪਰ ਆਪਣੇ ਕੋਲ ਹੁੰਦੀ ਹੈ ਲੀਕ ਪ੍ਰੂਫ ਕਵਰਿੰਗ। ਜਿਹੜੀ ਆਹ ਵਾਲੀ ਕਵਰਿੰਗ ਹੈ ਰੈਡ ਰੈਡ ਦਿਖ ਰਹੀ ਹੈ, ਇਹ ਲੀਕ ਪ੍ਰੂਫ ਕਵਰਿੰਗ ਹੈ, ਜਿਹੜੀ ਕਾਰਬਨ ਜਾਂ ਜੋ ਵੀ ਇਹਦੇ ਵਿੱਚ ਪੇਸਟ ਵਗੈਰਾ ਨੂੰ ਬਾਹਰ ਨਹੀਂ ਆਉਣ ਦਿੰਦੀ। ਪਲੱਸ ਇਹਦੇ ਵਿੱਚ ਡਰਾਈ ਸੈੱਲ ਦੇ ਵਿੱਚ
ਇੱਕ ਪੇਸਟ ਹੁੰਦੀ ਹੈ ਇੱਥੇ ਇਨਸਾਈਡ ਆਹ ਵਾਲੀ ਚੀਜ਼ ਵਿੱਚ ਇੱਕ ਮੋਇਸਟ ਪੇਸਟ ਹੁੰਦੀ ਹੈ ਜਿਹਨੂੰ ਆਪਾਂ ਅਮੋਨੀਅਮ ਕਲੋਰਾਈਡ ਪੇਸਟ ਬੋਲਦੇ ਹਾਂ, ਜਿਹਦੇ ਵਿੱਚ ਜੈਲਾਟਿਨ ਅਮੋਨੀਅਮ ਕਲੋਰਾਈਡ ਪੇਸਟ ਸਾਰੀ ਪੇਸਟ ਦੀ ਫਾਰਮ ਵਿੱਚ ਹੁੰਦਾ ਹੈ। ਤਾਂ ਡਰਾਈ ਸੈੱਲ ਨੂੰ, ਇਹ ਡਰਾਈ ਸੈੱਲ ਨਾਮ ਤਾਂ ਡਰਾਈ ਸੈੱਲ ਆ ਓਕੇ, ਬਟ ਇਹ ਐਕਚੁਅਲੀ ਐਜ਼ ਸੱਚ ਡਰਾਈ ਨਹੀਂ ਹੁੰਦਾ, ਇਹਦੇ ਵਿੱਚ ਮੋਇਸਟ ਪੇਸਟ ਹੁੰਦੀ ਹੈ ਥੋੜ੍ਹੀ ਬਹੁਤ। ਠੀਕ ਹੈ, ਤਾਂ ਡੈਫੀਨੇਸ਼ਨ ਦੇਖ ਲਓ ਹੁਣ। ਕੰਸਟਰਕਸ਼ਨ ਰਾਈਟ ਵੀ ਸਮਝ ਆ ਗਈ ਥੋੜ੍ਹੀ ਬਹੁਤ ਵੀ ਇਹਦੇ 'ਚ ਕੀ ਕੁਛ ਹੁੰਦਾ ਹੈ। ਪੋਜ਼ੀਟਿਵ ਟਰਮੀਨਲ ਕਾਰਬਨ ਰੋਡ ਹੁੰਦੀ ਹੈ, ਨੈਗੇਟਿਵ ਟਰਮੀਨਲ ਜ਼ਿੰਕ ਕੰਟੇਨਰ ਹੁੰਦਾ ਹੈ। ਬਾਕੀ ਜੋ ਵੀ ਦਿੱਤਾ ਹੋਇਆ ਵੀ ਇਹ ਪਾਊਡਰਡ ਗਿਵਨ ਹੈ, ਪਿਚ ਸੀਲ ਗਿਵਨ ਹੈ, ਬਸ ਇਹ ਐਜ਼ ਸੱਚ ਲੇਬਲਿੰਗ ਹੈ, ਬਟ ਜੋ ਆਪਾਂ ਨੂੰ ਮੇਨ ਯੂਜ਼ ਹੈ ਮੈਂ ਤੁਹਾਨੂੰ ਦੱਸਤਾ। ਠੀਕ ਹੈ, ਡਰਾਈ ਸੈੱਲ ਦੇ ਵਿੱਚ ਕਾਰਬਨ ਰੋਡ ਇੰਸਰਟਡ ਹੁੰਦੀ ਹੈ ਬਲੈਕ ਕਲਰਡ ਪਾਊਡਰ 'ਚ। ਕਾਰਬਨ ਰੋਡ ਬਲੈਕ ਕਲਰਡ ਪਾਊਡਰ ਵਿੱਚ ਹੁੰਦਾ ਹੈ। ਪਾਊਡਰ ਕਾਹਦਾ ਹੁੰਦਾ ਹੈ? ਮੈਂਗਨੀਜ਼ ਡਾਈਆਕਸਾਈਡ ਤੇ ਕਾਰਬਨ ਦਾ, ਆਹ ਵਾਲਾ ਜਿਹੜਾ ਪਾਊਡਰ ਆ ਉਹ ਮੈਂਗਨੀਜ਼ ਡਾਈਆਕਸਾਈਡ ਪਲੱਸ ਇਹਦੇ ਵਿੱਚ ਪੇਸਟ ਜਿਹੜੀ ਆਊਟਸਾਈਡ ਪੇਸਟ ਹੁੰਦੀ ਹੈ ਉਹ ਕਾਹਦੀ ਹੁੰਦੀ ਹੈ? ਅਮੋਨੀਅਮ ਕਲੋਰਾਈਡ ਪੇਸਟ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਬੈਟਰੀ। ਬੈਟਰੀ ਕੀ ਹੁੰਦਾ ਹੈ? ਦੇਖੋ ਜਿਹੜਾ ਇੱਕ ਹੈ, ਆਹ ਵਾਲੀ ਪੂਰੀ ਇੱਕ ਚੀਜ਼ ਹੈ, ਇਹ ਤਾਂ ਹੁੰਦਾ ਸੈੱਲ। ਜਦੋਂ ਮੈਂ ਦੋ ਜਾਂ ਦੋ ਤੋਂ ਵੱਧ ਸੈੱਲਸ ਨੂੰ ਕੰਬਾਈਨ ਕਰ ਲੈਂਦੀ ਹਾਂ, ਜਿਵੇਂ ਇੱਕ ਸੈੱਲ ਆ ਉਹਦਾ ਨੈਗੇਟਿਵ ਟਰਮੀਨਲ ਨੂੰ ਮੈਂ ਦੂਜੇ ਦੇ ਪੋਜ਼ੀਟਿਵ ਨਾਲ ਕਨੈਕਟ ਕਰਾਤਾ, ਫਿਰ ਨੈਗੇਟਿਵ ਨੂੰ ਪੋਜ਼ੀਟਿਵ ਨਾਲ, ਫਿਰ ਨੈਗੇਟਿਵ ਨੂੰ ਪੋਜ਼ੀਟਿਵ ਨਾਲ, ਜਦੋਂ ਦੋ ਜਾਂ ਦੋ ਤੋਂ ਵੱਧ ਸੈੱਲਸ ਨੂੰ ਆਪਾਂ ਕੰਬਾਈਨ ਕਰਾਉਂਦੇ ਹਾਂ ਤਾਂ ਉਹ ਕੀ ਬਣਾ ਲੈਂਦਾ? ਬੈਟਰੀ। ਠੀਕ ਹੈ, ਅਤੇ ਜਿਹੜੀ ਅਰੇਂਜਮੈਂਟ ਹੁੰਦੀ ਹੈ, ਅਰੇਂਜਮੈਂਟ ਜਦੋਂ ਆਪਾਂ ਸੈੱਲਸ ਦੀ ਕਰਨੀ ਹੈ, ਇਹ ਸੀਰੀਜ਼ ਅਰੇਂਜਮੈਂਟ ਕਰਨੀ ਹੈ। ਸੀਰੀਜ਼ ਮਤਲਬ ਇੱਕ ਸੈੱਲ, ਦੂਜਾ ਸੈੱਲ, ਤੀਜਾ ਸੈੱਲ ਐਂਡ ਸੋਨ ਅਪ ਟੂ, ਇੱਦਾਂ ਹੀ ਅਰੇਂਜ ਕਰਨਾ ਸੀਰੀਜ਼ ਵਾਈਜ਼, ਮਤਲਬ ਇੱਦਾਂ ਨਹੀਂ ਅਰੇਂਜ ਕਰਨੇ, ਸੀਰੀਜ਼ ਅਕੋਰਡਿੰਗ ਅਰੇਂਜ ਕਰਨੇ ਆ। ਕਲੀਅਰ? ਤਾਂ ਇਹਨੂੰ ਸੀਰੀਜ਼ ਗਰੁੱਪਿੰਗ ਆਫ ਸੈੱਲਸ ਵੀ ਕਹਿੰਦੇ ਆ। ਬਟਨ ਸੈੱਲਸ ਜਿਵੇਂ ਜਿਹੜੇ ਆਪਾਂ ਛੋਟੇ ਛੋਟੇ ਸੈੱਲ ਯੂਜ਼ ਕਰਦੇ, ਜਿਵੇਂ ਆਪਣੀ ਟੋਇਜ਼ ਦੇ ਵਿੱਚ ਸੈੱਲ ਯੂਜ਼ ਹੁੰਦੇ ਆ। ਠੀਕ ਹੈ, ਜੇ ਆਪਣੀ ਵਾਚਿਸ ਦੇ ਵਿੱਚ, ਕੈਲਕੂਲੇਟਰਸ ਦੇ ਵਿੱਚ, ਇਹ ਨਿੱਕੇ ਨਿੱਕੇ ਸੈੱਲਸ ਨੂੰ ਆਪਾਂ ਵੈਰੀ ਸਮਾਲ ਸਾਈਜ਼ ਸੈੱਲ ਨੂੰ ਕੀ ਕਹਿੰਦੇ ਆ? ਬਟਨ ਸੈੱਲਸ। ਕਲੀਅਰ? ਨੈਕਸਟ ਆ ਗਿਆ ਆਪਣੇ ਕੋਲ ਮੇਨ ਸਪਲਾਈ। ਮੇਨ ਸਪਲਾਈ ਕੀ ਹੈ? ਆਪਾਂ ਨੂੰ ਪਤਾ ਆਪਣੇ ਘਰਾਂ ਵਿੱਚ ਹਿਊਜ ਅਮਾਊਂਟ ਆਫ ਇਲੈਕਟ੍ਰੀਸਿਟੀ ਆਉਂਦੀ ਹੈ। ਠੀਕ ਹੈ, 220 ਵੋਲਟੇਜ 'ਤੇ ਆਪਣੀ ਇਲੈਕਟ੍ਰੀਸਿਟੀ ਆਉਂਦੀ ਹੈ। ਹੁਣ ਉਹ ਇਲੈਕਟ੍ਰੀਸਿਟੀ ਕਿੱਥੋਂ ਆਉਂਦੀ ਹੈ? ਸਭ ਤੋਂ ਪਹਿਲਾਂ ਵੇਖੋ ਪਾਵਰ ਪਲਾਂਟਸ ਹੁੰਦੇ ਆ, ਜਿਵੇਂ ਮੋਗਾ ਵਿੱਚ ਬਣਿਆ ਹੋਇਆ ਪਾਵਰ ਪਲਾਂਟ, ਕੈਂਬਰਿਜ ਸਕੂਲ ਕੋਲੇ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਹਿਊਜ ਅਮਾਊਂਟ ਆਫ ਇਲੈਕਟ੍ਰੀਸਿਟੀ ਪਾਵਰ ਪਲਾਂਟ ਵਿੱਚ ਬਣਦੀ ਹੈ। ਫਿਰ ਪਾਵਰ, ਜਿਵੇਂ ਮੰਨ ਲਓ ਆ ਪਾਵਰ ਪਲਾਂਟ ਹੈ, ਪੂਰਾ ਪਾਵਰ ਪਲਾਂਟ ਬਣਿਆ ਹੋਇਆ, ਫਿਰ ਪਾਵਰ ਪਲਾਂਟ ਵਿੱਚੋਂ ਕਨੈਕਟਡ ਹੁੰਦੀਆਂ ਇਲੈਕਟ੍ਰਿਕ ਕੇਬਲ ਵਾਇਰਸ। ਉਦੋਂ ਬਾਅਦ ਆਪਣੇ ਕੀ ਹੈ, ਜਿਵੇਂ ਆਪਣੇ ਘਰਾਂ ਵਿੱਚ ਮੇਨ ਸਪਲਾਈ, ਇੱਦਾਂ ਦੀ ਮੇਨ ਸਪਲਾਈ ਬਣੀ ਹੁੰਦੀ ਹੈ। ਫਿਰ ਉਹ ਮੇਨ ਸਪਲਾਈ ਨਾਲ ਕਨੈਕਟਡ ਹੁੰਦੇ ਆ। ਮੇਨ ਸਪਲਾਈ ਗਾਂ ਆਪਣੇ ਕਮਰਿਆਂ ਨਾਲ ਕਨੈਕਟ ਹੁੰਦੀ ਹੈ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਇਲੈਕਟ੍ਰੀਸਿਟੀ ਮੇਨ ਪਾਵਰ ਪਲਾਂਟ ਤੋਂ ਆਉਂਦੀ ਹੈ ਕੇਬਲਸ ਦੇ ਥਰੂ ਮੇਨ ਸਪਲਾਈ ਵਿੱਚ, ਫਿਰ ਇਹ ਮੇਨ ਸਪਲਾਈ ਡਿਸਟਰੀਬਿਊਟ ਕਰਦੀ ਹੈ ਆਪਣੇ ਡਿਫਰੈਂਟ ਪਾਰਟਸ ਆਫ ਦਾ ਹੋਮ ਵਿੱਚ। ਹੁਣ ਡੈਫੀਨੇਸ਼ਨ ਪੜ੍ਹੋ। Huge amount of electricity is produced in power plants, then distributed through a network of cables to different areas. Different areas ਵਿੱਚ, different houses ਦੇ ਵਿੱਚ network of cables ਦੇ through ਇਹ ਸਾਰੀ electricity supply ਹੋ ਜਾਂਦੀ ਹੈ। This electricity reach the mains in our home. ਫਿਰ ਮੇਨ ਸਪਲਾਈ ਤੋਂ ਆਪਣੇ ਘਰਾਂ ਦੇ ਆ ਇਲੈਕਟ੍ਰਿਕ ਮੇਨਸ ਵਿੱਚ ਆਉਂਦੀ ਹੈ। From the main supply, then electric current is supplied to various point provided in the room. ਜਿਵੇਂ ਪੱਖੇ ਦੀ ਸਵਿੱਚ ਹੈ, ਟਿਊਬਲਾਈਟ ਦੀ ਸਵਿੱਚ ਹੈ, ਟੀਵੀ ਦੀ ਸਵਿੱਚ ਹੈ, ਸਾਰੀ ਡਿਸਟਰੀਬਿਊਟ ਬਾਅਦ ਚੋਂ ਮੇਨ ਸਪਲਾਈ ਤੋਂ ਹੋ ਜਾਂਦੀ ਹੈ। ਠੀਕ ਹੈ, ਇਹ ਮੇਨ ਸਪਲਾਈ ਹੈ। ਨੈਕਸਟ ਆ ਗਿਆ ਆਪਣੇ ਕੋਲ ਜਨਰੇਟਰਸ ਐਂਡ ਇਨਵਰਟਰਸ। ਜਨਰੇਟਰਸ ਐਂਡ ਇਨਵਰਟਰਸ ਕੀ ਹੈ? ਮੰਨ ਲਓ ਆਪਣੇ ਪਿੱਛੋਂ ਪਾਵਰ ਪਲਾਂਟ ਤੋਂ ਇਲੈਕਟ੍ਰੀਸਿਟੀ ਕੱਟ ਆਫ ਹੋਈ ਵੀ ਹੈ, ਬਟ ਹੁਣ ਜਿਵੇਂ ਗਰਮੀ ਹੈ, ਆਪਾਂ ਨੂੰ ਗਰਮੀ ਲੱਗਦੀ ਹੈ, ਤਾਂ ਉਹਦੇ ਵਿੱਚ ਕੀ ਹੈ, ਆਪਾਂ ਕੀ ਯੂਜ਼ ਕਰਦੇ ਹਾਂ? ਜਨਰੇਟਰ ਜਾਂ ਇਨਵਰਟਰਸ। ਮੇਨ ਸਪਲਾਈ ਆਫ ਹੋਣ 'ਤੇ ਜਾਂ ਪਾਵਰ ਫੇਲੀਅਰ ਹੋਣ 'ਤੇ ਆਪਾਂ ਜਨਰੇਟਰ ਯੂਜ਼ ਕਰਦੇ ਹਾਂ ਜਾਂ ਇਨਵਰਟਰ ਯੂਜ਼ ਕਰਦੇ ਹਾਂ ਇਲੈਕਟ੍ਰੀਸਿਟੀ ਨੂੰ ਮਤਲਬ ਲਿਆਉਣ ਲਈ। ਠੀਕ ਹੈ, ਵਾਪਸ ਇਹ ਚਾਰਜੇਬਲ ਹੁੰਦੀ ਹੈ। ਨੈਕਸਟ ਆ ਗਿਆ ਆਪਣੇ ਕੋਲ ਸੋਲਰ ਸੈੱਲ। ਅੱਜ ਕੱਲ੍ਹ ਤਾਂ ਸੋਲਰ ਸੈੱਲ ਆਪਾਂ ਦੇਖੀ ਹੋਇਆ, ਜਿਵੇਂ ਆ ਦੇਖੋ ਡਾਇਗਰਾਮ ਵਿੱਚ ਇੱਦਾਂ ਦੇ ਹੁੰਦੇ ਸੋਲਰ ਸੈੱਲਸ। ਦੇਖੋ ਸੋਲਰ ਸੈੱਲ ਦੀ ਡੈਫੀਨੇਸ਼ਨ ਕੀ ਹੈ? ਸੋਲਰ ਸੈੱਲ ਇਜ਼ ਅ ਸਪੈਸ਼ਲ ਟਾਈਪ ਆਫ ਸੈੱਲ। ਸੋਲਰ ਸੈੱਲ ਇੱਕ ਸਪੈਸ਼ਲ ਟਾਈਪ ਆਫ ਸੈੱਲ ਹੈ ਜਿਹੜਾ ਡਾਇਰੈਕਟਲੀ ਕੀ ਕਰਦਾ? ਸਨਲਾਈਟ ਲੈਂਦਾ, ਹੀਟ ਐਨਰਜੀ ਲੈਂਦਾ ਹੈ ਸਨ ਤੋਂ, ਅਤੇ ਉਹਨੂੰ ਇਲੈਕਟ੍ਰੀਸਿਟੀ ਵਿੱਚ ਕਨਵਰਟ ਕਰ ਦਿੰਦਾ ਹੈ। ਲਾਈਟ ਪਲੱਸ ਹੀਟ ਐਨਰਜੀ ਨੂੰ ਡਾਇਰੈਕਟਲੀ ਉਹ ਕਾਹਦੇ 'ਚ ਕਨਵਰਟ ਕਰ ਦਿੰਦਾ? ਇਲੈਕਟ੍ਰੀਸਿਟੀ ਦੇ ਵਿੱਚ। ਕਲੀਅਰ? ਪਾਵਰ ਆਫ ਅ ਸਿੰਗਲ ਸੈੱਲ ਇਜ਼ ਸਮਾਲ। ਮਤਲਬ ਜੇ ਆਪਾਂ ਸਿੰਗਲ ਸੈੱਲ ਵੇਖੀਏ, ਸਿੰਗਲ ਆਹ ਵਾਲਾ ਵੇਖੀਏ ਇੱਕ ਪੈਨਲ, ਇਹਦੀ ਪਾਵਰ ਸਮਾਲ ਹੁੰਦੀ ਹੈ। ਤਾਂ ਇਸ ਲਈ ਆਪਾਂ ਕੀ ਕਰਦੇ ਹਾਂ? ਆਪਾਂ ਇਸ ਤਰ੍ਹਾਂ ਨਾਲ ਬਣਾਉਂਦੇ ਹਾਂ ਸੋਲਰ ਸੈੱਲ ਕਿ ਉਹਦੇ ਵਿੱਚ ਲਾਰਜ ਨੰਬਰ ਆਫ ਸੋਲਰ ਸੈੱਲਸ ਕਨੈਕਟਡ ਹੋਣ, ਬਟ ਸੀਰੀਜ਼ ਦੇ ਵਿੱਚ ਕਨੈਕਟਡ ਹੋਣ। ਸੀਰੀਜ਼ ਕੀ ਹੁੰਦਾ? ਪੈਰਲਲ ਕੀ ਹੁੰਦਾ? ਮੈਂ ਅੱਗੇ ਸਮਝਾਉਂਦੀ ਹਾਂ, ਅੱਗੇ ਟੌਪਿਕ ਹੈਗਾ ਆਪਣੇ ਕੋਲ। ਸੋਲਰ ਸੈੱਲ ਅੱਜ ਕੱਲ੍ਹ ਮਤਲਬ ਸੋਲਰ ਸੈੱਲ ਕੋਸਟਲੀ ਕੰਸੀਡਰਡ ਕੀਤੇ ਜਾਂਦੇ ਸੀ, ਬਟ ਹੁਣ ਡਿਊ ਟੂ ਐਡਵਾਂਸਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਇਹਨਾਂ ਦੇ ਰੇਟ ਹੌਲੀ ਹੌਲੀ ਕੀ ਹੈ?
घट रहे हैं। ठीक है, डायग्राम मैं ऑलरेडी शो करती है। नैक्सट देखो अपने को इलैक्ट्रिक सर्किट। इलैक्ट्रिक सर्किट की एक क्लोज्ड कॉन्टीन्यूस पाथ है। क्लोज्ड कॉन्टीन्यूस पाथ मतलब कि मान लो अपने को बल्ब है, हुण मैं बल्ब नूं ग्लो करना चाहुंदी हाँ भी ये ग्लो हो जाए। बल्ब नूं ग्लो करन लई मैनूं सब तो पहले तो की चाहिदा, एक सैल चाहिदा, सैल या बैटरी चाहिदी है जिहदे विचों इलैक्ट्रिसिटी आवे ते बल्ब ग्लो करे। बल्ब हो गया कंडक्टर, क्योंकि मैं कंडक्टर चाहिए जिन्होंने मैं चलाना है। इत्थे सैल या बैटरी यूज़ करो जिहदे विच इलैक्ट्रिसिटी प्रोड्यूस होवे, नाल स्विच ऑन ऑफ स्विच यूज़ कर सकते हैं। प्लस नाल एक होर चीज़ की यूज़ करनी है, वायरस। वायरस विचों तो इलैक्ट्रॉन्स फ्लो करके बल्ब तक जाणगे। ठीक है, तो जदों ये सारी चीज़ कंप्लीट हो जाती है, मैं पॉजिटिव ते नैगेटिव टर्मीनल दे नाल वायर कनैक्ट करती, स्विच कनैक्ट करती, बल्ब लाता पॉजिटिव नैगेटिव नाल, तो जो मैं करंट पास करना शुरू करूँगी तो ओबवियस की है बल्ब ग्लो करन लग जूगा। हुण ये जिहड़ा पूरा क्लोज्ड कॉन्टीन्यूस पाथ बन गया, एक सैल तो बैटरी तो लैके बल्ब तक, अगेन बल्ब तो लैके सैल तक, उन्होंने मैं बोलती हाँ इलैक्ट्रिक सर्किट। इलैक्ट्रिक सर्किट इज़ अ क्लोज्ड कॉन्टीन्यूस पाथ इन विच इलैक्ट्रिक करंट flows. Electric circuit consists of a conductor along its entire path। भी पूरे पाथ ਦੇ ਵਿੱਚ, ਇਸ ਪੂਰੇ ਮੂਵਮੈਂਟ ਦੇ ਵਿੱਚ ਆਪਣੇ ਕੋਲ ਕੰਡਕਟਰਸ ਹੀ ਹੋਣੇ ਚਾਹੀਦੇ ਆ। ਸੈੱਲ ਬੈਟਰੀ ਵੀ ਕੰਡਕਟਰ ਹੋਣੀ ਚਾਹੀਦੀ ਹੈ ਜਿਹੜੀ ਪਾਸ ਕਰੇ ਇਲੈਕਟ੍ਰਿਸਿਟੀ। ਵਾਇਰਸ ਵੀ, ਜੇ ਮੈਂ ਵਿੱਚੋਂ ਇੱਕ ਅੱਧਾ ਵੀ ਮੰਨ ਲਾ ਵੁੱਡ ਦੀ ਚੀਜ਼ ਲਾਤੀ ਜਾਂ ਕੋਈ ਇਨਸੂਲੇਟਰ ਲਾਤਾ, ਉਹਨੇ ਇਲੈਕਟ੍ਰਿਸਿਟੀ ਉੱਥੇ ਸਟਾਪ ਕਰ ਦੇਣੀ, ਮੇਰਾ ਬੱਲਬ ਗਲੋ ਨਹੀਂ ਹੋਣਾ। ਤਾਂ ਮੈਨੂੰ ਪੂਰੇ ਇੰਟਾਇਰ ਪਾਥ ਦੇ ਵਿੱਚ ਕੀ ਚਾਹੀਦਾ, ਕੰਡਕਟਰਸ ਚਾਹੀਦੇ ਆ ਸਾਰੇ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਪਾਰਟਸ ਇਨ ਇਲੈਕਟ੍ਰਿਕ ਸਰਕਿਟ। ਇਲੈਕਟ੍ਰਿਕ ਸਰਕਿਟ ਦੇ ਵਿੱਚ ਕਿਹੜੇ ਕਿਹੜੇ ਪਾਰਟਸ ਹੈ ਮੈਂ ਆਲਰੇਡੀ ਵੈਸੇ ਦੱਸ ਚੁੱਕੀ ਹਾਂ। ਸਭ ਤੋਂ ਪਹਿਲਾਂ ਆਪਾਂ ਨੂੰ ਸੈੱਲ ਜਾਂ ਬੈਟਰੀ ਚਾਹੀਦੀ ਹੈ, ਫਿਰ ਆਪਾਂ ਨੂੰ ਇੱਕ ਸਵਿਚ ਚਾਹੀਦੀ ਹੈ ਔਨ ਜਾਂ ਆਫ ਕਰਨ ਲਈ ਇਲੈਕਟ੍ਰਿਸਿਟੀ ਨੂੰ, ਇੱਕ ਆਪਾਂ ਨੂੰ ਕੰਡਕਟਰ ਚਾਹੀਦਾ ਹੈ, ਇੱਕ ਆਪਾਂ ਨੂੰ ਵਾਇਰ ਚਾਹੀਦੀ ਹੈ ਜਿਹਦੇ ਵਿੱਚੋਂ ਕੀ ਹੈ ਫਲੋ ਕਰੂਗੇ ਇਲੈਕਟ੍ਰੋਨਸ। ਨੈਕਸਟ ਆ ਗਿਆ ਆਪਣੇ ਕੋਲ ਰੈਜ਼ਿਸਟੈਂਸ ਔਰ ਰਜਿਸਟਰ। ਰੈਜ਼ਿਸਟੈਂਸ ਜਾਂ ਰਜਿਸਟਰ ਦਾ ਮਤਲਬ ਕੀ ਹੈ, फॉर एग्जाम्पल अपने को एक मटीरियल है, कॉपर की वायर है वाली, फॉर एग्जाम्पल कॉपर की वायर है, कोई भी चीज़ कॉपर की बनी है तो ऑबवियस है वो एटम्स भी किहड़े होणगे कॉपर के। ठीक है, कोई भी मटीरियल है, जिवें घी है, घी के एटम्स भी काहदे आ, मतलब है भी निक्के निक्के कण भी काहदे आ घी के। हुण बट एक्चुअल प्रैक्टिस दे विच कोई भी चीज़, कोई भी मटीरियल प्योर नहीं हुंदा गा। उवें कॉपर वायर भी प्योर नहीं हैगी कि, ਤਾਂ ਇਸ ਕਾਪਰ ਵਾਇਰ ਦੇ ਵਿੱਚ ਕੋਈ ਨਾ ਕੋਈ ਇੰਪਿਓਰਿਟੀਜ਼ ਹੋਣਗੀਆਂ। ਆ ਇੰਪਿਓਰਿਟੀਜ਼ ਹੈ ਮੰਨ ਲਓ ਕਾਪਰ ਵਾਇਰ 'ਚ, ਵੀ ਇਹ ਮਟੀਰੀਅਲਸ ਐਕਚੁਅਲੀ ਕਾਪਰ ਦੇ ਨਹੀਂ ਬਣੇ ਹੋਏ ਜਿਹੜੇ ਕੰਡਕਟ ਨਹੀਂ ਕਰਨਗੇ ਇਲੈਕਟ੍ਰਿਸਿਟੀ ਨੂੰ। ਠੀਕ ਹੈ, ਤਾਂ ਮੈਂ ਹੁਣ ਕੀ ਕੀਤਾ, ਕਾਪਰ ਵਾਇਰ 'ਚੋਂ ਇਲੈਕਟ੍ਰਿਸਿਟੀ ਪਾਸ ਕਰਨੀ ਸ਼ੁਰੂ ਕਰਤੀ। ਇਲੈਕਟ੍ਰਿਸਿਟੀ ਪਾਸ ਕਰਨ ਦਾ ਮਤਲਬ ਕੀ ਹੈ, ਇਲੈਕਟ੍ਰੋਨਸ ਫਲੋ ਕਰਨ ਲੱਗ ਗਏ। ਜਦੋਂ ਇਲੈਕਟ੍ਰੋਨਸ ਫਲੋ ਕੀਤੇ, ਜਦੋਂ ਇਹ ਇੰਪਿਓਰਿਟੀ ਵਿੱਚ ਜਾ ਕੇ ਵੱਜੇ ਤਾਂ ਇਲੈਕਟ੍ਰੋਨਸ ਨੇ ਆਪਦਾ ਪਾਥ ਚੇਂਜ ਕੀਤਾ, ਫਿਰ ਇੰਜ ਵੱਜੇ, ਫਿਰ ਪਾਥ ਚੇਂਜ ਕੀਤਾ। ਤਾਂ ਜਿਹੜੀ ਹੁਣ ਕਰੰਟ ਜਾਂ ਇਲੈਕਟ੍ਰੋਨਸ ਨੂੰ ਇੱਥੇ ਰੁਕਾਵਟ ਦੇ ਰਹੀ ਹੈ ਚੀਜ਼, ਉਹ ਚੀਜ਼ ਕੀ ਹੈ, ਮਤਲਬ ਉਹ ਰਜਿਸਟੈਂਸ ਹੈ। ਰੁਕਾਵਟ ਮਤਲਬ ਇੱਥੇ ਰਜਿਸਟੈਂਸ। ਡੈਫੀਨੇਸ਼ਨ ਦੇਖੋ, ਅਬਸਟਰਕਸ਼ਨ ਕਾਜ਼ਡ ਬਾय ਅ ਕੰਡਕਟਰ ਫॉर द ਫਲੋ ਆਫ ਕਰੰਟ। ਕਿ ਕਰੰਟ ਪ੍ਰੋਪਰਲੀ ਨਹੀਂ ਮੂਵ ਕਰਦਾ ਪਿਆ, ਕਰੰਟ ਵਿੱਚ ਉਹ ਆ ਰਹੀ ਹੈ, ਮਤਲਬ ਰੁਕਾਵਟ ਆ ਰਹੀ ਹੈ, ਤਾਂ ਉਹ ਚੀਜ਼ ਨੂੰ ਆਪਾਂ, ਉਹ ਰੁਕਾਵਟ ਨੂੰ ਆਪਾਂ ਕੀ ਬੋਲਦੇ ਹਾਂ, ਰਜਿਸਟੈਂਸ। ਉਸ ਅਬਸਟਰਕਸ਼ਨ ਨੂੰ ਕੀ ਬੋਲਦੇ ਹਾਂ ਆਪਾਂ, ਰਜਿਸਟੈਂਸ। ਤੇ ਜਿਹੜਾ ਮਟੀਰੀਅਲ ਉਸ ਵਿੱਚ ਰਜਿਸਟੈਂਸ ਲਿਆ ਰਿਹਾ, ਜਿਹੜੇ ਮਟੀਰੀਅਲ ਵਿੱਚ ਇੰਪਿਓਰਿਟੀਜ਼ ਹੈ, ਉਹ ਮਟੀਰੀਅਲ ਨੂੰ ਬੋਲਦੇ ਹਾਂ ਆਪਾਂ ਰਜਿਸਟਰ। ਬਟ ਐਕਚੁਅਲ ਕੇਸ ਦੇ ਵਿੱਚ ਕਾਪਰ ਵਾਇਰ ਗੁੱਡ ਕੰਡਕਟਰ, ਪ੍ਰੋਪਰਲੀ ਗੁੱਡ ਹੁੰਦਾ ਹੈ। ਥੋੜ੍ਹੀ ਬਹੁਤ ਇੰਪਿਓਰਿਟੀਜ਼ ਆਪਾਂ ਕਹਿ ਸਕਦੇ ਹਾਂ, ਵਧੀਆ ਮਤਲਬ ਕੰਡਕਟ ਕਰ ਲੈਂਦਾ, ਤਾਂ ਹੀ ਆਪਾਂ ਵਾਇਰਸ ਵਗੈਰਾ ਕਾਪਰ ਦੀਆਂ ਬਣਾ ਸਕਦੇ ਹਾਂ। ਠੀਕ ਹੈ, ਡੈਫੀਨੇਸ਼ਨ ਦੇਖ ਲਓ, ਐਨੀ ਐਲੀਮੈਂਟ ਵਿਚ ਆਫਰ ਸਮ ਰਜਿਸਟੈਂਸ। ਉਹ ਮਟੀਰੀਅਲ ਜਿਹੜਾ ਆਫਰ ਕਰਦਾ ਪਿਆ ਰਜਿਸਟੈਂਸ ਟੂ ਦ ਫਲੋ ਆਫ ਕਰੰਟ ਇਜ਼ ਨੋਨ ਐਜ਼ ਰਜਿਸਟਰ। ठीक है, माइट बी डेफिनेशन इज़ क्लीयर नाउ। नैक्सट आ गया अपने कोल जिहड़ी मैं चीज़ हुणे दस के हटी है, रजिस्टेंस ऑफर्ड बाय अ थिक कॉपर और एलूमीनियम वायर इज़ वेरी वेरी स्मॉल। भी जिहड़ी कॉपर या एलूमीनीयम वायर है उन्हां दी रजिस्टेंस बहुत घट हुंदी है, तां ही करके आपां उन्हां दी कनैक्टिंग वायरस बनाउने आ, तां ही आपां मेनली वो यूज़ करते हैं। हुण तुसीं कहोगे कि भी किहड़े मटीरियल है जिन्हां विच इह रजिस्टेंस ज़्यादा हुंदी है, ਜਿਵੇਂ ਆਪਣੀ ਪ੍ਰੈਸ ਹੁੰਦੀ ਹੈ, ਇਲੈਕਟ੍ਰਿਕ ਆਇਰਨ, ਗੀਜ਼ਰ, ਇਹਨਾਂ ਵਿੱਚ ਐਕਚੁਅਲੀ ਕੀ ਹੁੰਦਾ ਹੈ, ਇਹਨਾਂ ਵਿੱਚ ਇੱਦਾਂ ਦਾ ਮਟੀਰੀਅਲ ਯੂਜ਼ ਕੀਤਾ ਹੁੰਦਾ ਹੈ ਜਿਵੇਂ ਨਾਈਕਰੋਮ ਵਾਇਰ ਵਗੈਰਾ, ਜਿਨ੍ਹਾਂ ਦਾ ਇਲੈਕਟ੍ਰਿਕ ਰਜਿਸਟੈਂਸ ਬਹੁਤ ਜ਼ਿਆਦਾ ਹੁੰਦਾ ਹੈ। ਇਲੈਕਟ੍ਰਿਕ ਰਜਿਸਟੈਂਸ ਜ਼ਿਆਦਾ ਹੋਣ ਦਾ ਮਤਲਬ ਕੀ ਹੈ, ਇਹਨਾਂ ਵਿੱਚ ਇੰਪਿਓਰਿਟੀਜ਼ ਕੀ ਹੈ, ਜ਼ਿਆਦਾ ਹੁੰਦੀਆਂ। ਜਦੋਂ ਇੰਪਿਓਰਿਟੀਜ਼ ਜ਼ਿਆਦਾ ਹੋਣਗੀਆਂ ਮਤਲਬ ਰਜਿਸਟੈਂਸ ਜ਼ਿਆਦਾ ਹੈ।
ਕੋਈ ਵੀ ਮਟੀਰੀਅਲ ਦੇ ਵਿੱਚ ਜੇ ਰੈਜ਼ਿਸਟੈਂਸ ਜ਼ਿਆਦਾ ਹੋਵੇ ਨਾ, ਮਤਲਬ ਕਰੰਟ ਫਲੋ ਨੂੰ ਜ਼ਿਆਦਾ obstruction ਮਿਲੇ, ਤਾਂ ਉਸ ਮਟੀਰੀਅਲ ਦੇ ਅੰਦਰ ਹੀਟ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦੀ ਹੈ। ਜਿਵੇਂ ਆਪਣੀ ਪ੍ਰੈਸ ਵਿੱਚ ਹੀਟ ਪ੍ਰੋਡਿਊਸ ਕਾਹਦੇ ਕਰਕੇ ਹੁੰਦੀ ਹੈ? ਕਿਉਂਕਿ ਰੈਜ਼ਿਸਟੈਂਸ ਹੁੰਦਾ ਉਹਦੇ ਵਿੱਚ, ਉਹ ਵਾਇਰ ਹੀ ਇੱਦਾਂ ਦੀ ਹੁੰਦੀ ਹੈ। ਗੀਜ਼ਰ ਵਿੱਚ ਵੀ ਸੇਮ। ਤਾਂ ਉਹ ਵਾਲੀ ਚੀਜ਼ 'ਚ ਆਪਾਂ ਰੈਜ਼ਿਸਟੈਂਸ ਮੇਨਲੀ ਯੂਜ਼ ਕਰਦੇ ਹਾਂ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਸਮ ਅਦਰ ਇਲੈਕਟ੍ਰੀਕਲ ਡਿਵਾਈਸਿਸ। ਫਸਟ ਆ ਗਿਆ ਆਪਣੇ ਕੋਲ ਗਲਵੈਨੋਮੀਟਰ। ਮੇਨਲੀ ਗਲਵੈਨੋਮੀਟਰ, ਐਮੀਟਰ ਵੱਡੀਆਂ ਕਲਾਸਿਸ ਵਿੱਚ ਆਪਾਂ ਪੜ੍ਹਾਂਗੇ। ਓਨਲੀ ਇਹਦੇ 'ਚ ਡੈਫੀਨੇਸ਼ਨਸ ਗਿਵਨ ਹੈ, ਤਾਂ ਡੈਫੀਨੇਸ਼ਨਸ ਆਪਾਂ ਪੜ੍ਹ ਰਹੇ ਹਾਂ। ਹੁਣ ਮੰਨ ਲਓ ਕੋਈ ਵੀ ਕੰਡਕਟਰ ਹੈ, ਇਸ ਕੰਡਕਟਰ ਵਿੱਚ ਵੇਖਣਾ ਵੀ ਕਰੰਟ ਫਲੋ ਕਰਦਾ ਪਿਆ ਵੀ ਹੈ ਕਿ ਨਹੀਂ। ਤਾਂ ਉਹ ਚੀਜ਼ ਨੂੰ ਚੈੱਕ ਕਰਨ ਲਈ ਆਪਾਂ ਮਟੀਰੀਅਲ ਯੂਜ਼ ਕਰਦੇ ਹਾਂ, ਇੰਸਟਰੂਮੈਂਟ ਯੂਜ਼ ਕਰਦੇ ਹਾਂ, ਜਿਹਨੂੰ ਬੋਲਦੇ ਹਾਂ ਗਲਵੈਨੋਮੀਟਰ, ਵਿਚ ਇਜ਼ ਯੂਜ਼ ਟੂ ਡਿਟੈਕਟ ਦਾ ਫਲੋ ਆਫ ਇਲੈਕਟ੍ਰਿਕ ਕਰੰਟ ਥਰੂ ਦਾ ਸਰਕਿਟ। ਕਿ ਸਰਕਿਟ ਦੇ ਵਿੱਚੋਂ ਇਲੈਕਟ੍ਰਿਕ ਕਰੰਟ ਫਲੋ ਕਰਦਾ ਪਿਆ ਵੀ ਹੈ ਕਿ ਨਹੀਂ, ਤਾਂ ਉਹ ਗਲਵੈਨੋਮੀਟਰ ਯੂਜ਼ ਕਰ ਲਾਂਗੇ ਆਪਾਂ। ਅਤੇ ਕਿੰਨਾ ਕਰੰਟ ਮੂਵ ਕਰਦਾ ਪਿਆ, ਮੂਵ ਕਰ ਗਿਆ, ਚਲੋ ਗਲਵੈਨੋਮੀਟਰ ਨੇ ਦੱਸਤਾ ਕਿ ਹਾਂ ਮੂਵ ਕਰਦਾ ਪਿਆ ਯੈਸ, ਬਟ ਕਿੰਨਾ ਮੂਵ ਕਰਦਾ ਪਿਆ, ਅਮਾਊਂਟ ਆਫ ਇਲੈਕਟ੍ਰੀਸਿਟੀ, ਉਹ ਆਪਣਾ ਐਮੀਟਰ ਦੱਸੂਗਾ, ਠੀਕ ਹੈ। ਨੈਕਸਟ ਆ ਗਿਆ ਕਿ ਆਪਣੀ ਕਿੰਨੀ ਵੋਲਟੇਜ ਮੂਵ ਕਰਦੀ ਪਈ ਹੈ ਸਰਕਿਟ ਦੇ ਵਿੱਚ। ਸਰਕਿਟ ਦੇ ਵਿੱਚ ਕਿੰਨੀ ਵੋਲਟੇਜ ਹੈ, ਤਾਂ ਉਹ ਆਪਾਂ ਨੂੰ ਵੋਲਟ ਮੀਟਰ ਦੱਸੂਗਾ। ਇੱਦਾਂ ਦੀ ਤਿੰਨੋਂ ਡਾਇਗਰਾਮ ਸੇਮ ਜਿਹੀਆਂ ਹੀ ਹੈ, ਤਿੰਨੋਂ ਸੇਮ ਤਰ੍ਹਾਂ ਦੇ ਹੁੰਦੇ ਆ, ਬਟ ਬਸ ਰੀਡਿੰਗਸ ਡਿਫਰੈਂਟ ਦਿੰਦੇ ਆ ਇਹ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਇਲੈਕਟ੍ਰਿਕ ਸਿੰਬਲਸ। ਦੇਖੋ ਜੇ ਮੈਂ ਹੁਣ ਡਾਇਗਰਾਮ ਬਣਾਉਣੀ ਹੈ, ਮੰਨ ਲਓ ਮੈਂ ਕੋਈ ਸਰਕਿਟ ਡਾਇਗਰਾਮ ਬਣਾਉਣੀ ਹੈ ਕਿ ਮੈਂ ਆਹ ਵਾਲੇ ਬੱਲਬ ਨੂੰ ਗਲੋ ਕਰਨਾ ਹੈ। ਮੇਰੇ ਕੋਲ ਆ ਬੱਲਬ ਹੈ ਅਤੇ ਇੱਧਰੋਂ ਮੇਰੇ ਕੋਲ ਸਵਿੱਚ ਲੱਗੀ ਹੋਈ ਹੈ, ਇੱਧਰੋਂ ਮੇਰੇ ਕੋਲ ਸੈੱਲ ਜਾਂ ਬੈਟਰੀ ਹੈ, ਇੱਥੇ ਸਵਿੱਚ ਹੈ, ਠੀਕ ਹੈ। ਇੱਧਰ ਕਨੈਕਟਿੰਗ ਵਾਇਰਸ ਹੈ। ਜੇ ਮੈਂ ਹੁਣ ਇੱਦਾਂ ਬਣਾਉਣਾ ਹੋ ਤਾਂ ਬਹੁਤ ਔਖਾ ਮੈਨੂੰ ਪੂਰੀ ਡਾਇਗਰਾਮਸ ਬਣਾਉਣੀਆਂ। ਤਾਂ ਕੀ ਕੀਤਾ ਇਹਨਾਂ ਨੇ, ਸ਼ਾਰਟਕਟ ਮੈਥਡ ਲੈ ਕੇ ਆਂਦੇ ਕਿ ਸੈੱਲ ਨੂੰ ਸ਼ਾਰਟਕਟ ਇੱਦਾਂ ਬਣਾ ਲਓ, ਐਮੀਟਰ ਨੂੰ ਸ਼ਾਰਟਕਟ ਇੱਦਾਂ ਬਣਾ ਲਓ, ਓਪਨ ਕਲੋਜ਼ ਜਾਂ ਰੈਜ਼ਿਸਟੈਂਸ ਜੋ ਵੀ ਹੈ, ਇਹ ਸ਼ਾਰਟਕਟ ਤਰੀਕੇ ਆਏ ਗਏ, ਤਾਂ ਇਹਨਾਂ ਨੂੰ ਆਪਾਂ ਇਲੈਕਟ੍ਰਿਕ ਸਿੰਬਲਸ ਬੋਲਦੇ ਹਾਂ। ਸਾਰੇ ਸਿੰਬਲਸ ਇੰਪੋਰਟੈਂਟ ਹੈ, ਪੇਪਰ 'ਚ ਆ ਸਕਦੇ ਆ, ਠੀਕ ਹੈ। Okay, till up to this only. Today we will see. Afterwards we will read tomorrow. Okay.